भाई यार बादू है जेड़े बादू आ थल्ले ने जाओ जी जाओ जी जाओ तुझे की करना इतने चलो वीडियो गल है कि जाओ जाने सामान लेके देना पैना मैं कोई ना कोई बार अपना दो दिन बंदे करके भाई चलो अंदर भाई भाई साइड पे भाई साइड पे मैडम दी कौड़ी चाहिए मैडम कौड़ी वो कौड़ी ਉਹਨਾਂ ਦੇ ਨਾਲ ਜਿਹੜੇ ਦੋ ਸੀ ਉਹ ਚਲੇ ਗਏ ਸਰ ਇੱਕ ਰਵਿੰਦਰ ਹੋ ਰਿਹਾ ਫਿਰ ਵੀ ਮੇਰੇ ਨਾਲ ਇੱਕ ਤੇ ਗਰਮੇਸ਼ ਸੇ ਦੋ ਸਰ ਰਵਿੰਦਰ ਮੈਡਮ ਬਾਹਰ ਹੈ ਨਹੀਂ ਗਏ ਅੰਦਰ ਹੀ ਦੋ ਟੀਚਰ ਨੇ ਅੰਦਰ ਸਰ ਮੇਰੀ ਗੱਲ ਕਰਾ ਸਕਦੇ ਹੋ ਇੱਕ ਜਣਾ ਦੀ ਬਾਹਰ ਜਾ ਕੇ ਬਾਹਰ ਵਾਲਾ ਨਾ ਹੋਈਓ ਠੀਕ ਨੇ ਜਿਹੜੇ ਹਸਪੀਟਲ ਨੇ ਉਹ ਤਾਂ ਬਿਲਕੁਲ ਠੀਕ ਨੇ ਅੰਦਰ ਵਾਲੇ ਵੀ ਬੋਲ ਰਹੇ ਨੇ ਜੀ ਸਰ ਪਾਣੀ ਪਿਲਾਇਆ दो टीचर हजे अंदर हो रहे हैं। अच्छा ਜਿਹੜੇ ਟੀਚਰ ਅੰਦਰ ਨੇ ਕਹਿੰਦੇ ਬੱਚੇ ਵੀ ਸੀਗੇ ਕੋਈ नहीं बच्चा नहीं सी कोई हैगा बाकी देखते हैं हजे क्योंकि मलबा प्रॉपर गिरे वा हजे आप कोई स्टेटमेंट नहीं दे सकते भी की व्हाट इज ऑल अबाउट हजे कुछ नहीं पता हैगा ਦੋ ਟੀਚਰ ਜਿਹੜੇ ਨੇ ਉਹ ਲੇਡੀਜ਼ ਨੇ ਜਾਂ ਮੇਲ ਆ ਫੀਮੇਲ ਆ फीमेल्स ने दोनों ਫੀਮੇਲ वो भी फीमेल सी चार ही फीमेल टीचर ਕਿੰਨੀਆਂ ਕੁ ਲੱਗੀਆਂ सर वो हजे पता नहीं हैगा ਆਪਾਂ ਨੂੰ ਮੈਂ ਇਹੀ ਦੱਸਣਾ ਚਾਹੁੰਦੀ ਹਾਂ ਕਿ ਇੱਥੇ ਬੱਦੋਵਾਲ ਸਕੂਲ ਦੇ ਵਿੱਚ ਜਿਹੜਾ ਉੱਪਰ ਦਾ ਫਲੋਰ ਸੀਗਾ ਜਿੱਥੇ ਕੰਸਟਰਕਸ਼ਨ ਦਾ ਕੰਮ ਚੱਲ ਰਿਹਾ ਸੀਗਾ ਉਹ ਖਾਲੀ ਸੀਗਾ ਸਾਨੂੰ ਇਨਫੋਰਮੇਸ਼ਨ ਇਹ ਮਿਲੀ ਹੈ ਕਿ ਇੱਕ ਜਗ੍ਹਾ ਤੇ ਇੱਕ ਕੋਨੇ ਤੇ ਉੱਪਰ ਦੀ ਛੱਤ ਜਿਹੜੀ ਹੈਗੀ ਹੈ ਉਹ ਕੋਲੈਪਸ ਕਰਕੇ ਤੇ ਵਿੱਚ ਦੀ ਛੱਤ ਵੀ ਜਿਹੜੀ ਸੀਗੀ ਉਹ ਵੀ ਉਸ ਉੱਪਰ ਵਾਲੀ ਛੱਤ ਡਿੱਗਣ ਕਾਰਨ ਉਹ ਵੀ ਡਿੱਗੀ ਹੈਗੀ ਹੈ ਰਾਈਟ ਉੱਥੇ ਉਦੋਂ ਕੋਈ ਸਟੂਡੈਂਟਸ ਨਹੀਂ ਸੀਗੇ ਬਟ ਉਹ ਸਟਾਫ ਰੂਮ ਦਾ ਏਰੀਆ ਦੱਸਿਆ ਜਾ ਰਿਹਾ ਹੈ ਚਾਰ ਜਿਹੜੀ ਲੇਡੀਜ਼ ਹੈਗੀਆਂ ਟੀਚਰਸ ਐਂਡ ਸਟਾਫ ਆਫ ਦ ਸਕੂਲ ਉਹ ਉੱਥੇ ਮਲਬੇ ਦੇ ਥੱਲੇ ਵਰ ਸਟਕ ਫॉर ਅ ਪੀਰੀਅਡ ਆਫ ਟਾਈਮ ਉਹਨਾਂ ਦੇ ਵਿੱਚੋਂ ਦੋ ਜਿਹੜੀ ਸੀਗੀ ਉਹ ਆਈਟੀਬੀਪੀ ਵੱਲੋਂ ਇਮੀਡੀਏਟਲੀ ਜਿਹੜੀ ਨਾਲ ਉਹਨਾਂ ਦੀ ਪੋਸਟ ਹੈਗੀ ਇਮੀਡੀਏਟਲੀ ਪਹੁੰਚ ਕੇ ਰੈਸਕਿਊ ਕਰਵਾ ਦਿੱਤੀਆਂ ਗਈਆਂ ਸੀਗੀਆਂ ਉਹਨਾਂ ਦੀ ਸਿਚੁਏਸ਼ਨ ਹਾਲੇ ਠੀਕ ਦੱਸੀ ਜਾ ਰਹੀ ਹੈਗੀ ਹੈ ਦੋ ਹੋਰ ਜਦੋਂ ਐਨਡੀਆਰਐਫ ਪਹੁੰਚੀ ਹੈਗੀ ਹੈ ਦੋ ਹੋਰ ਜਿਹੜੇ ਸਟੂਡੈਂਟਸ ਇਹ ਟੀਚਰਸ ਸੀਗੇ ਉਹਨਾਂ ਨੂੰ ਦੋਨਾਂ ਨੂੰ ਕੱਢ ਦਿੱਤਾ ਗਿਆ ਹੈ ਸੋ ਐਸ ਪਰ ਇਨਫੋਰਮੇਸ਼ਨ ਚਾਰ ਜੀ ਸੀਗੇ ਚਾਰਾਂ ਨੂੰ ਕੱਢ ਦਿੱਤਾ ਗਿਆ ਹੈ ਉਹਨਾਂ ਦੇ ਵਿੱਚੋਂ ਦੱਸਿਆ ਜਾ ਰਿਹਾ ਹੈ ਕਿ ਇੱਕ ਦੀ ਜਿਹੜੀ ਸਿਚੁਏਸ਼ਨ ਹੈਗੀ ਹੈ ਸਲਾਈਟਲੀ ਕ੍ਰਿਟੀਕਲ ਹੈ ਤੇ ਉਹਨਾਂ ਨੂੰ ਸਭ ਤੋਂ ਨੇੜਲੇ ਜਿਹੜੇ ਹੈਗੇ ਹਸਪੀਟਲ ਉੱਥੇ ਭੇਜਿਆ ਗਿਆ ਹੈ ਤੇ ਇੱਕ ਜਿਹੜੇ ਸੀਗੇ ਡਿਸਓਰੀਐਂਟਡ ਲੱਗ ਰਹੇ ਸੀਗੇ ਅਗੇਨ ਜਿਨ੍ਹਾਂ ਨੂੰ ਬਾਅਦ ਦੇ ਵਿੱਚ ਕੱਢਿਆ ਗਿਆ ਹੈ ਬਟ ਅਦਰਵਾਈਜ਼ ਪਲਸ ਵਾਸ ਓਕੇ ਹੁਣ ਇਸ ਮੌਕੇ ਤੇ ਜਦ ਤੱਕ ਡਾਕਟਰਸ ਦੇਖ ਨਹੀਂ ਲੈਂਦੇ ਪ੍ਰੋਪਰਲੀ ਆਈ ਵੁੱਡ ਰਿਕੁਐਸਟ ਕਿ ਅਸੀਂ ਵੇਟ ਕਰ ਲਈਏ ਬਟ ਆਈ ਕੈਨ ਅਸ਼ੋਰ ਯੂ ਕਿ ਮੌਕੇ ਤੇ ਇਮੀਡੀਏਟਲੀ ਸਾਰੀ ਟੀਮਸ ਇੰਕਲੂਡਿੰਗ ਆਈਟੀਬੀਪੀ ਐਨਡੀਆਰਐਫ ਪਹੁੰਚੀ ਸੀਗੀਆਂ ਤੇ ਉਹਨਾਂ ਨੇ ਉਹਨਾਂ ਨੂੰ ਰੈਸਕਿਊ ਕਰ ਲਿਆ ਹੈਗਾ ਐਂਡ ਬੈਸਟ ਮੈਡੀਕਲ ਅਟੈਂਸ਼ਨ ਇਜ਼ ਬੀਇੰਗ ਗਿਵਨ ਟੂ ਆਲ ਦੋਜ਼ ਪੀਪਲ ਹੁਣ ਤੁਹਾਡੇ ਰਾਹੀਂ ਅਸੀਂ ਲੋਕਾਂ ਨੂੰ ਇਹੀ ਰਿਕੁਐਸਟ ਕਰਦੇ ਹਾਂ ਕਿ ਕਿਉਂ ਜੋ ਹਾਲੇ ਵੀ ਮਲਬਾ ਜਿਹੜਾ ਹੈਗਾ ਲੱਗ ਰਿਹਾ ਹੈ ਅਨਸਟੇਬਲ ਅਸੀਂ ਥੋੜਾ ਕਾਰਡਨ ਇਹਦਾ ਵਧਾ ਕੇ ਲੋਕਾਂ ਨੂੰ ਰਿਕੁਐਸਟ ਕਰ ਰਹੇ ਹਾਂ ਕਿ ਤੁਸੀਂ ਪਿੱਛੇ ਹੋ ਜਾਓ ਸਾਨੂੰ ਬਿਲਡਿੰਗ ਦੀ ਜਿਹੜੀ ਸਟਰਕਚਰਲ ਸਿਚੁਏਸ਼ਨ ਹੈ ਉਹ ਅਸੈਸ ਕਰ ਲੈਣ ਦਿਓ ਐਂਡ ਦੈਨ ਵੀ ਵਿਲ ਗੈਟ ਇਨਟੂ ਦ ਕਾਜ਼ਸ ਆਫ ਕਿਵੇਂ ਕੀ ਹੋਇਆ 1960 ਦੀ ਕਹਿੰਦੇ ਬਿਲਡਿੰਗ ਬਣੀ ਹੋਈ ਹੈ ਕਾਫੀ ਪੁਰਾਣੀ ਬਿਲਡਿੰਗ ਕੰਮ ਚੱਲ ਰਿਹਾ ਸੀ
ਕੁਝ ਰੈਨੋਵੇਸ਼ਨ ਵਰਕ ਯੈਸ ਚੱਲ ਰਿਹਾ ਸੀ ਐਂਡ ਉਸ ਦੇ ਬਾਅਦ ਸਾਨੂੰ ਪਤਾ ਲੱਗਿਆ ਕਿ ਇਹ ਜਿਹੜਾ ਇਨਸੀਡੈਂਟ ਹੈਗਾ ਉਹ ਹੋਇਆ ਹੈ। ਬਟ ਐਟ ਦਿਸ ਸਟੇਜ ਤੁਸੀਂ ਸਾਰੇ ਸਮਝੋਗੇ ਕਿ ਕੁਝ ਵੀ ਕਹਿ ਦੇਣਾ ਜਾਂ ਕੋਈ ਵੀ ਸਟੇਟਮੈਂਟ ਜੋ ਅਨਵੈਰੀਫਾਈਡ ਹੈ ਉਹ ਮੇਕ ਕਰਨਾ ਰਿਸਪੌਂਸਿਬਲ ਨਹੀਂ ਹੋਏਗਾ। ਐਟ ਦਿਸ ਪੁਆਇੰਟ ਆਫ ਟਾਈਮ NDRF ਹਾਲੇ ਵੀ ਮੌਕੇ ਤੇ ਮੌਜੂਦ ਹੈ ਕਿਉਂਕਿ ਇੱਕ ਵਾਰੀ ਸਾਰਾ ਮਲਬਾ ਹਟਾ ਕੇ ਉਹ ਪ੍ਰੋਪਰਲੀ 100% ਵੈਰੀਫਾਈ ਕਰਨਗੇ ਕਿ ਕੋਈ ਹੋਰ ਜੀ ਉੱਥੇ ਨਹੀਂ ਹੈ ਜਿਨ੍ਹਾਂ ਬਾਰੇ ਸਾਨੂੰ ਨਹੀਂ ਦੱਸਿਆ ਗਿਆ। ਸੋ ਉਹ ਸਾਡੀ ਵੈਰੀਫਿਕੇਸ਼ਨ ਐਕਸਰਸਾਈਜ਼ ਚੱਲ ਰਹੀ ਹੈ ਫਰਸਟ ਆਫ ਆਲ ਐਂਡ ਨਾਓ ਕਿਉਂ ਜੋ ਦੱਸੇ ਹੋਏ ਜੀ ਅਸੀਂ ਕੱਢ ਦਿੱਤੇ ਹੈਗੇ ਸੋ ਅਸੀਂ ਹੁਣ ਏਰੀਆ ਨੂੰ ਜਿਹੜਾ ਹੈਗਾ ਸਿਕਿਉਰ ਕਰਕੇ ਥੋੜਾ ਕਾਰਡਨ ਵਧਾ ਕੇ ਲੋਕਾਂ ਨੂੰ ਹੁਣ ਸੇਫ ਕਰਨਾ ਚਾਹੁੰਦੇ ਆ। ਜਿਹੜੀ ਕੰਧਾਂ ਤੇ ਵੀ ਕੁਝ ਹੈਗੇ ਆਈ ਅੰਡਰਸਟੈਂਡ ਕਿ ਲੋਕਾਂ ਦੇ ਵਿੱਚ ਪੈਨਿਕ ਹੋ ਸਕਦਾ ਹੈ। ਅਸੀਂ ਤੁਹਾਨੂੰ ਸਾਰਿਆਂ ਨੂੰ ਅਸ਼ੋਰ ਕਰਦੇ ਹਾਂ ਕਿ ਪੂਰੀਆਂ ਟੀਮਾਂ ਇੱਥੇ ਹੈਗੀਆਂ ਤੇ ਤੁਹਾਡੀ ਸੇਫਟੀ ਵਾਸਤੇ ਕਾਈਂਡਲੀ ਸਾਡੇ ਨਾਲ ਕੋਆਪਰੇਟ ਕਰੋ। ਪੈਨਿਕ ਕਰਨ ਦੀ ਲੋੜ ਨਹੀਂ, ਕੋਈ ਰੂਮਰ ਫੈਲਾਉਣ ਦੀ ਲੋੜ ਨਹੀਂ ਹੈਗੀ ਹੈ। ਸੋ ਅਸੀਂ ਪੂਰੀ ਜਿਹੜੀ ਕਾਰਵਾਈ ਹੈਗੀ ਉਹ ਚੱਲ ਰਹੀ ਹੈਗੀ ਹੈ। ਸਾਨੂੰ ਕੁਝ ਸਮਾਂ ਦੇ ਦਿਓ, ਸਾਨੂੰ ਆਪਣੀ ਕਾਰਵਾਈ ਪੂਰੀ ਕਰਨ ਦਾ ਸਮਾਂ ਦੇ ਦਿਓ। ਸਮੇਂ-ਸਮੇਂ ਤੇ ਕੋਈ ਨਵੀਂ ਇਨਫੋਰਮੇਸ਼ਨ ਆਏਗੀ ਅਸੀਂ ਜ਼ਰੂਰ ਤੁਹਾਡੇ ਨਾਲ ਸਾਂਝਾ ਕਰਾਂਗੇ। ਟੀਚਰਾਂ ਦੀ ਸਿਚੁਏਸ਼ਨ ਕਿੱਦਾਂ ਦੀ ਹੈਗੀ ਜਿਹੜੇ ਕੱਢੇ ਗਏ ਨੇ? ਕੋਈ ਸੀਰੀਅਸ ਵੀ ਹੈਗਾ ਟੀਚਰ ਦੀ? One is said to be serious, but doctors will verify and tell you. Thank you very much. ਸੀ ਉਹਨਾਂ ਨੇ ਕਿੱਥੋਂ ਭਾਰ ਚੱਕਣਾ ਸੀ ਇੰਨਾ? ਉਹ ਸਾਈਡਾਂ ਤੋਂ ਜਿਹੜੇ ਇੱਟਾਂ ਉੱਤੇ ਰੱਖੀਆਂ ਉਹ ਬਿਲਕੁਲ ਕਲੈਪਸ ਕਰ ਗਈਆਂ, ਡਿੱਗ ਗਈਆਂ। ਇੱਕ ਗੱਲ ਪੁੱਛਣਾ ਚਾਹੁੰਦੇ ਕਹਿੰਦੇ ਇੱਕ ਫਲੋਰ ਵਿੱਚ ਗਿਆ ਸੀਗਾ, ਕਹਿਣ ਦਾ ਮਤਲਬ ਵੀ ਦੂਜੇ ਫਲੋਰ ਤੋਂ ਉੱਤੋਂ ਜੇ ਛੱਤ ਗਿਰਦੀਆਂ ਤੇ ਥੱਲੇ ਇੰਨੇ ਹਾਲਾਤ ਉਹਦੇ ਮਾੜੇ ਸੀਗੇ ਕਿ ਦੋ ਨਹੀਂ, ਉਹ ਮੈਂ ਤੁਹਾਨੂੰ ਦੱਸਿਆ ਲੈਂਟਰ ਤਾਂ ਹੈ ਹੀ ਨਹੀਂ ਸੀ, ਉਹ ਤਾਂ ਡਾਟਾਂ ਪਈਆਂ ਹੋਈਆਂ ਸੀ ਤੇ ਡਾਟਾਂ ਦੇ ਉੱਤੇ ਕਦੇ ਵੀ ਇਮਾਰਤਾਂ ਜਿਹੜੀਆਂ 2-2 ਮੰਜ਼ਿਲਾਂ ਉੱਤੇ ਨਹੀਂ ਬਣਦੀਆਂ। ਆਪਾਂ ਪਿੰਡਾਂ 'ਚ ਆਮ ਪੁਰਾਣੇ ਘਰਾਂ 'ਚ ਡਾਟਾਂ ਹੁੰਦੀਆਂ, ਉੱਤੇ ਥੋੜੀ ਕਮਰੇ ਬਣਦੇ ਉਹਨਾਂ ਦੇ। ਇਹ ਉੱਤੇ ਕਮਰਾ ਪਾ ਕੇ ਵੀ ਉਦੋਂ ਕੰਮ ਚੱਲ ਰਿਹਾ ਸੀ। ਇੱਕ ਹੋਰ ਦੇਖੋ, ਉਤਲੀ ਛੱਤ ਤੇ ਕੰਮ ਚੱਲ ਰਿਹਾ ਹੈ, ਮਿਸਤਰੀ ਲੱਗੇ ਹੋਏ ਨੇ ਤੇ ਉਹਨੂੰ ਅਨਸੇਫ ਡਿਕਲੇਅਰ ਨਹੀਂ ਕੀਤਾ। ਥੱਲੇ ਜਿਹੜੇ ਟੀਚਰ ਆ ਉਹ ਬੈਠੇ ਵਿਚਾਰੇ ਆਪਣੀ ਪੜ੍ਹਾਈ ਬੱਚਿਆਂ ਨੂੰ ਪੜ੍ਹਾਉਣ ਲਈ ਪੜ੍ਹਾਈ ਕਰ ਰਹੇ ਸੀ, ਜਾਂ ਉਦੋਂ ਬਾਅਦ ਕੁਛ ਚਿਰ ਲਈ ਜਿਹੜਾ ਟਾਈਮ ਨਹੀਂ ਹੁੰਦਾ ਵਿੱਚ ਪੀਰੀਅਡ ਨਹੀਂ ਹੁੰਦਾ ਤਾਂ ਆ ਕੇ ਬਹਿ ਜਾਂਦੇ ਆ। ਇਸ ਸਰਕਾਰ ਦੀ ਟੌਪ ਮੋਸਟ ਪ੍ਰਾਇੋਰਟੀ ਸਿੱਖਿਆ ਤੇ ਸਿਹਤ ਸੀ। ਸਿੱਖਿਆ ਦੇ ਮੰਦਰ ਦਾ ਹਾਲ ਦੇਖੋ ਔਰ ਸਿਹਤ ਜਿਹੜੀ ਟੀਚਰਸ ਹਸਪਤਾਲ ਦੇ ਵਿੱਚ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਹੀਆਂ। ਮੈਂ ਤਾਂ ਬਿਲਕੁਲ ਮੇਰੀ ਭੈਣ ਇਹੀ ਗੱਲ ਕਹਿ ਰਿਹਾ ਵੀ ਪ੍ਰਾਇੋਰਟੀ ਕੇਜਰੀਵਾਲ ਸਾਹਿਬ ਤੇ ਭਗਵੰਤ ਮਾਨ ਨੂੰ ਦੇਖਣਾ ਚਾਹੀਦਾ। ਅਸੀਂ ਕੈਸੇ ਨੌ ਸਿੱਖੀਏ ਮੰਤਰੀ ਲਾਏ ਹੋਏ ਆ ਜਿਨ੍ਹਾਂ ਦਾ ਕੋਈ ਇੰਟਰਸਟ ਨਹੀਂ। ਸਭ ਤੋਂ ਵੱਡਾ ਜ਼ਿਲ੍ਹਾ ਪੰਜਾਬ ਦਾ ਲੁਧਿਆਣਾ ਹੀ ਆ ਨਾ, ਤੇ ਜੇ ਉਹਦੇ ਵਿੱਚ ਇਹ ਹਾਲ ਆ ਬਾਕੀ ਜ਼ਿਲ੍ਹਿਆਂ 'ਚ ਕੀ ਹਾਲ ਹੋਊ? ਹਜੇ ਵੀ ਜਾਗ ਪੈਣ। ਮੈਂ ਬਾਰ-ਬਾਰ ਇਹ ਮੰਤਰੀ ਜੀ ਨੂੰ ਟਵੀਟ ਕਰਕੇ, ਬਾਰ-ਬਾਰ ਮੰਤਰੀ ਜੀ ਨੂੰ ਵੀਡੀਓ ਰਾਹੀਂ, ਬਾਰ-ਬਾਰ ਤੁਹਾਡੇ ਚੈਨਲਾਂ ਹੀ ਮੈਂ ਬੇਨਤੀ ਕਰਦਾ ਰਿਹਾ ਵੀ ਦੇਖ ਲਓ ਹਾਲ। ਪਰ ਉਹਨਾਂ ਦੀ ਦੌੜ ਆ ਜਿਹੜੀ ਉਹ ਦਿੱਲੀ ਜ਼ਿਆਦਾ ਲੱਗੀ ਰਹਿੰਦੀ ਹੈ। ਉਹਨਾਂ ਦੀ ਦੌੜ ਆ ਜਿਹੜੀ ਵੱਡੇ ਮਹਿਕਮੇ ਹੋਰ ਲੈਣ 'ਚ ਲੱਗੀ ਰਹਿੰਦੀ ਹੈ। ਐਜੂਕੇਸ਼ਨ ਮਹਿਕਮੇ ਨੂੰ ਮਹਿਕਮਾ ਹੀ ਨਹੀਂ ਸਮਝਦੇ। ਸਰ ਦੱਸਿਆ ਜਾ ਰਿਹਾ ਕਿ 1960 ਦਾ ਸਕੂਲ ਬਣਿਆ ਹੋਇਆ ਹੈ ਜੀ। ਕੁਛ ਮੈਨੂੰ ਤਾਂ ਇੰਨਾ ਪਤਾ ਹੈ ਵੀ ਅਸੀਂ ਇੱਕ ਤੁਹਾਡੇ ਮੂਹਰੇ ਅਸੀਂ ਕੁਝ ਨਵੇਂ ਕਮਰੇ ਬਣਾਏ ਸੀ। ਮੈਨੂੰ ਮੈਂ ਤਾਂ ਆਪ ਨਹੀਂ ਆਇਆ, ਪਰ ਪੱਥਰ ਲੱਗ ਕੇ ਦੇਖਿਆ ਵੀ ਜਿਹੜੇ ਪ੍ਰਿੰਸੀਪਲ ਰੂਮ ਜਾਂ ਹੋਰ ਵਿਜੇਂਦਰ ਸਿੰਗਲਾ ਜਦੋਂ ਉਹਨਾਂ ਦਾ। ਪਰ ਗੱਲ ਇਹ ਨਹੀਂ, ਪੈਸੇ ਦੀ ਸਰਕਾਰਾਂ ਕੋਲ ਕੀ ਕਮੀ ਹੁੰਦੀ ਹੈ? ਸਰਕਾਰਾਂ ਕੋਲ ਪੈਸੇ ਦੀ ਵੀ ਕਦੇ ਕਮੀ ਹੁੰਦੀ ਹੈ? ਬੜੀਆਂ ਇਮਾਰਤਾਂ ਬਣ ਜਾਂਦੀਆਂ ਹੈ, ਹਸਪੀਟਲ ਏਮਸ ਵਰਗੇ, PGI ਵਰਗੇ ਬੜੇ ਕਾਲਜ ਬਣ ਜਾਂਦੇ ਆ। ਕਿਸੇ ਪ੍ਰਾਈਵੇਟ ਕਾਲਜ ਦੇ, ਜੇ ਮੈਂ ਉਰੇ ਦੀ ਉਹ ਗੱਲ ਕਰਾਂ, ਆਮ ਆਦਮੀ ਕਿਸੇ ਦੇ ਪ੍ਰਾਈਵੇਟ ਕਾਲਜ ਦਾ ਕਮਰਾ ਡਿੱਗਿਆ ਕਦੇ? ਉਹਦਾ ਸਟਾਫ ਰੂਮ ਡਿੱਗਿਆ ਕਦੇ? ਤੇ ਸਰਕਾਰੀ ਕਿਉਂ? ਸਰਕਾਰ ਦੇ ਇਹ ਸਿਰਫ ਬਦਲਾਅ। ਦੋਸ਼ ਕਿਹਦੇ ਤੇ ਆਏਗਾ? ਦੇਖੋ, ਇਹ ਦੋਸ਼ ਲਾਉਣਗੇ ਕਿਸੇ ਮਿਸਤਰੀ ਤੇ, ਇਹ ਦੇਸ਼ ਲਾਉਣਗੇ ਕਿਸੇ ਦਿਹਾੜੀਦਾਰ ਤੇ। ਇਹਦੇ ਉੱਤੇ ਟੌਪ ਐਂਡ ਜਿਹੜੇ ਨੇ ਮਹਿਕਮੇ ਦੇ, ਐਜੂਕੇਸ਼ਨ ਮਹਿਕਮੇ ਦੇ ਲੋਕ ਨੇ, ਉਹਨਾਂ ਦੇ ਉੱਤੇ ਮੈਂ ਸਮਝਦਾ ਮੁੱਖ ਮੰਤਰੀ ਸਾਹਿਬ ਨੂੰ ਜਲਦ ਕਾਰਵਾਈ ਕਰਨੀ ਚਾਹੀਦੀ ਆ, ਜਿਵੇਂ ਕਿ ਉਹ ਕਰਦੇ ਆ, ਜਿਵੇਂ ਉਹਨਾਂ ਨੇ ਅੱਜ ਤੱਕ ਕਰਕੇ ਦਿਖਾਇਆ। ਇਹ ਹਾਦਸਾ ਚਾਹੇ ਉਹ ਆਪਣੇ ਮੰਤਰੀ ਨੂੰ ਕੱਢਣ ਸਿੱਧਾ, ਇਹ ਇਦੋਂ ਬੜਾ ਕਤਲ ਨੇ ਇਹ। ਜੇ ਆਪਾਂ ਕਹਿੰਦੇ ਆ ਨਾ ਵੀ ਇਹ ਫਲਾਨਾ ਕੰਮ ਮੁੱਖ ਮੰਤਰੀ ਵੇਲੇ, ਬਾਦਲ ਸਾਹਿਬ ਵੇਲੇ ਬੇਅਦਬੀ ਦੀ ਹੋਈ, ਉਹਨਾਂ ਤੇ ਕਾਰਵਾਈ ਹੋਵੇ, ਤੇ ਇਹਦੀ ਵੀ ਕਿਉਂ ਨਾ ਹੋਵੇ ਜੀ? ਇਹ ਕਾਰਵਾਈ ਮੰਤਰੀ ਤੇ ਕਿਉਂ ਨਾ ਹੋਵੇ? ਜੋਤ ਬੈਂਸ ਜੀ ਦਾ ਹੁਣੇ ਇੱਕ ਸੋਸ਼ਲ ਮੀਡੀਆ ਤੇ ਟਵੀਟ ਆਇਆ ਜੋ ਵਿਛੜੀ ਰੂਹ ਨੂੰ ਜਿਹੜੀ ਉਹਨਾਂ ਦੀ ਆਤਮਾ ਦੀ ਸ਼ਾਂਤੀ ਦੀ ਅਰਦਾਸ ਕਰ ਰਹੇ ਨੇ, ਤੇ ਉਹ ਕਹਿ ਰਹੇ ਨੇ ਕਿ ਸਿੱਖਿਆ ਵਿਭਾਗ ਦੇ ਸਾਰੇ ਅਫਸਰਾਂ ਤੇ ਜ਼ਿਲ੍ਹਾ ਪ੍ਰਸ਼ਾਸਨ ਲੁਧਿਆਣਾ ਨੂੰ ਉਹਨਾਂ ਦੀ ਆਤਮਾ ਪਰਮਾਤਮਾ ਕਰੇ ਉਹਨਾਂ ਨੂੰ ਚਰਨਾ ਸ਼ਨਵਾਸ ਬਖਸ਼ੇ, ਪਰ ਉਹਨਾਂ ਦਾ ਪਰਿਵਾਰ, ਉਹਨਾਂ ਦੀ ਆਤਮਾ ਕਦੇ ਬੈਂਸ ਸਾਹਿਬ ਤੁਹਾਨੂੰ ਮਾਫ ਨਹੀਂ ਕਰੂਗੀ। ਤੁਸੀਂ ਇੱਕ ਗੁਰੂ ਦੀ, ਇੱਕ ਸਿੱਖਿਆ ਦੀ, ਸਿੱਖਿਆ ਦੇਣ ਵਾਲੇ ਦੀ, ਜਿਹਨੂੰ ਤੁਸੀਂ ਕਹਿੰਦੇ ਹੋ ਵੀ ਅਸੀਂ ਸਿੰਗਾਪੁਰ ਭੇਜਦੇ ਹਾਂ, ਪਰ ਤੁਸੀਂ ਉਹਨੂੰ ਅੱਜ ਉਹਦੇ ਪ੍ਰਾਣ ਲੈ ਲਏ, ਅੱਜ ਉਹਦੀ ਜਾਨ ਲੈ ਲਈ। ਇਸ ਕਰਕੇ ਮੰਤਰੀ ਜੀ ਨੂੰ ਆਪਣਾ ਅਸਤੀਫਾ ਆਪ ਦੇ ਦੇਣਾ ਚਾਹੀਦਾ,
ਨਹੀਂ, ਮੁੱਖ ਮੰਤਰੀ ਸਾਹਿਬ ਨੂੰ ਉਹਨਾਂ ਦਾ ਜ਼ਬਰਨ ਅਸਤੀਫਾ ਲੈ ਲੈਣਾ ਚਾਹੀਦਾ। ਸਰ ਨੂਰਪੁਰ ਤੋਂ ਰੀਸੈਂਟਲੀ ਟ੍ਰਾਂਸਫਰ ਹੋਈ ਸੀ ਮੈਡਮ ਦੀ, ਜਿਹੜੀ ਮੈਡਮ ਦੱਸ ਰਹੀ ਐਕਸਪਾਇਰ ਹੋਣੇ ਨੂਰਪੁਰ ਤੋਂ ਰੀਸੈਂਟਲੀ, ਤਾਂ ਕਾਲ ਹੀ ਬਣ ਗਿਆ ਸਕੂਲ ਮੈਡਮ ਹਾਲ ਬਣ ਗਿਆ। ਉਹ ਤਾਂ ਬਸ ਇਹੀ ਕਹਿ ਸਕਦੇ ਆ ਉਹਨਾਂ ਨੂੰ, ਉਹ ਮਹਾਰਾਜ ਗੁਰੂ ਮਹਾਰਾਜ ਉਹਨਾਂ ਨੂੰ ਆਪਣੇ ਚਰਨਾਂ 'ਚ ਨਮਾਜ਼ ਬਖਸ਼ਣ, ਪਰਿਵਾਰ ਨੂੰ ਪਿੱਛੇ ਭਾਣਾ ਮੱਲਣ ਦਾ ਬਲ ਬਖਸ਼ਣ। ਗੱਲ ਤਾਂ ਇੰਨੀ ਆ, ਪਰ ਜਿਹੜਾ ਕਾਲ ਬਣਿਆ ਉਹ ਮੰਤਰੀ ਆ, ਉਹਨੂੰ ਬਖਸ਼ਣਾ ਨਹੀਂ ਚਾਹੀਦਾ। ਜਿਹੜੇ ਅਫਸਰ ਹੋਣੀ ਸੀਗੇ ਬਾਹਰ ਜਾ ਰਹੇ ਸੀ, ਭੱਜ ਰਹੇ ਸੀ, ਕਹਿਣ ਦਾ ਮਤਲਬ ਦੇਖਿਆ ਵਾ ਤੁਸੀਂ ਮਗਰ ਵੀ ਗਏ ਹੋ ਤੇ ਤਾਂ ਬਾਅਦ ਚ ਪੱਲਾ ਝਾੜ ਜਾਏਗਾ। ਦੇਖੋ, ਕੋਈ ਵੀ ਐਮਐਲਏ ਆਵੇ, ਕੋਈ ਐਮਪੀ ਆਵੇ, ਜਦੋਂ ਉਹ ਦੇਖਣ ਇੱਕਦਮ ਆ ਰਿਹਾ ਤੇ ਤੁਸੀਂ 2 ਮਿੰਟ ਉਹਨਾਂ ਨੂੰ ਦੱਸੋ ਤਾਂ ਸਹੀ ਨਾ। ਤੁਸੀਂ ਲੁੱਕ ਕੇ ਭੱਜ ਰਹੇ ਹੋ ਤੇ ਤੁਸੀਂ ਨਾਂ ਦੱਸਦੇ ਮੈਨੂੰ, ਮੈਂ ਤਾਂ ਉਹਨਾਂ ਨੂੰ ਲੱਭ ਰਿਹਾ ਸੀ, ਪਹਿਲਾਂ ਉੱਧਰ ਗਿਆ ਵੀ ਉਹ, ਤੇ ਸਾਰੇ ਹੀ ਮੂੰਹ ਲੁਕਾਉਂਦੇ ਆ। ਚਲੋ ਮੈਂ ਮੰਨਦਾ, ਇਹ ਆਫੀਸਰ ਨੇ ਨਾ ਜਿਹੜੇ, ਲੋਕ ਸਰਕਾਰਾਂ ਨੂੰ ਤਾਂ ਬਦਲ ਦਿੰਦੇ ਆ, ਅਕਾਲੀ ਦਲ ਨੂੰ ਬਦਲਿਆ, ਕਾਂਗਰਸ ਨੂੰ ਬਦਲਿਆ, ਹੁਣ ਆਮ ਆਦਮੀ ਆ ਗਈ, ਇਹ ਨਹੀਂ ਬਦਲਦੇ। ਇਹਨਾਂ ਨੂੰ 40 ਸਾਲ ਦੀ ਪੱਕੀ ਜਦੋਂ ਨੌਕਰੀ ਮਿਲ ਜਾਂਦੀ ਆ, ਇਹਨਾਂ ਨੂੰ ਕਿਸੇ ਦੀ ਕੋਈ ਪਰਵਾਹ ਨਹੀਂ ਰਹਿੰਦੀ। ਇਹ ਸਾਡੇ ਚੋਂ ਹੀ ਜਾਂਦੇ ਆ, ਪਰ ਇਹਨਾਂ ਨੂੰ ਪਤਾ ਹੁੰਦਾ 40 ਸਾਲ ਅਸੀਂ ਰਹਿਣਾ ਹੈ। ਸਭ ਤੋਂ ਵੱਡਾ ਜੇ ਆਪਣੇ ਦੇਸ਼ ਦੇ ਵਿੱਚ ਪ੍ਰੋਬਲਮ ਆ ਨਾ, ਤਾਂ ਇਹ ਲੋਕ ਪ੍ਰੋਬਲਮ ਆ। ਜੇ ਕੋਈ ਇਹਨਾਂ ਨੂੰ ਪੁੱਛੇ ਵੀ ਇਹ ਤਾਂ ਜੀ ਪੋਲੀਟੀਕਲ ਗੱਲ ਆ, ਪੋਲੀਟੀਕਲ ਗੱਲ ਕੀ ਆ? ਤੁਹਾਡੇ ਕੋਲ ਸਾਈਨਿੰਗ ਅਥਾਰਟੀ ਹਰ ਚੀਜ਼ ਦੀ ਤੁਹਾਡੇ ਕੋਲ ਆ, ਤਾਕਤ ਤੁਹਾਡੇ ਕੋਲ ਆ, ਪਰ ਇਹ ਹਮੇਸ਼ਾ ਆਪਣੇ ਆਪ ਨੂੰ ਪੱਲਾ ਝਾੜ ਕੇ ਨਿਕਲ ਜਾਂਦੇ ਆ। ਵੱਧ ਤੋਂ ਵੱਧ ਬਦਲੀ ਹੋ ਜੂ, ਹੋਰ ਇਹਨਾਂ ਦਾ ਕੀ ਹੋਊਗਾ? ਇਨਕੁਆਇਰੀਆਂ ਇਹਨਾਂ ਨੇ ਆਪ ਕਰਨੀਆਂ ਹੁੰਦੀਆਂ, ਇੱਕ ਦੂਜੇ ਦੀਆਂ, ਉਹ 'ਚ ਇਹ ਕੁਝ ਕਰਦੇ ਨਹੀਂ। ਇੱਕ ਛੋਟੀ ਜੀ ਗੱਲ ਤੁਹਾਨੂੰ ਕਹਿਣੀ ਸੀ, ਪਿੱਛੇ ਬੱਦੋਵਾਲ ਪਿੰਡ ਦੇ ਲੋਕ ਖੜੇ ਨੇ, ਕਹਿੰਦੇ ਕਿ ਇੱਥੇ ਰੋਟੀਆਂ ਸੇਕਣ ਆ ਜਾਂਦੇ ਨੇ ਸਿਆਸਤਦਾਨ, ਕਰਨਾ ਕੀ ਇਹਨਾਂ ਉਹ ਸਿਆਸਤਦਾਨਾਂ ਨੂੰ ਤਾਂ ਯਾਰ ਹਰੇਕ, ਮੈਂ ਕਹਿੰਦਾ ਹਰੇਕ ਹੀ, ਇਹ ਜਿਹੜੇ ਅਫਸਰ ਨੇ ਇਹਨਾਂ ਨੂੰ ਨਹੀਂ ਕੋਈ ਪੁੱਛਦਾ। ਪੋਲੀਟੀਕਲ ਬੰਦੇ ਨੂੰ ਤਾਂ ਇਹਨਾਂ ਨੇ ਬਦਲ ਹੀ ਦੇਣਾ ਹੁੰਦਾ 5 ਸਾਲ ਬਾਅਦ, ਹਾਂਜੀ ਅਗਲੀ ਵਾਰ ਦੀ ਵੀ ਇਹ ਤਾਂ। ਪਰ ਇਹ ਜਿਹੜੇ ਅਫਸਰ ਨੇ, ਇਹਨਾਂ ਨੂੰ ਘੇਰਨਾ ਚਾਹੀਦਾ, ਇਹਨਾਂ ਦੇ ਦਫ਼ਤਰਾਂ ਮੂਹਰੇ ਬਹਿ ਕੇ ਘਰਾਓ ਕਰਨਾ ਚਾਹੀਦਾ, ਜਿਹੜੇ ਅਸਲੀ ਕੰਮ ਕਰਨ ਵਾਲੇ ਆ, ਜਿਹੜੇ 40 ਸਾਲ ਬਹਿੰਦੇ ਆ। ਪੋਲੀਟੀਕਲ ਬੰਦੇ ਤਾਂ ਕੀ ਕਰ ਸਕਦੇ ਆ? ਪੋਲੀਟੀਕਲ ਬੰਦੇ ਦਾ ਤੁਹਾਡੇ ਮੂਹਰੇ ਮੈਂ ਬੋਲ ਸਕਦਾ ਹਾਂ, ਕਹਿ ਸਕਦਾ ਹਾਂ, ਇਹ ਅਸਲੀ ਜਿਹੜੇ ਨੇ ਕੋੜ ਵਾਂਗੂ ਚਿੰਬੜੇ ਹੋਏ ਨੇ, ਜਿਹੜੇ ਦੀਮਕ ਆ ਉਹ ਇਹ ਨੇ। ਤੇ ਮੈਨੂੰ ਉਹ ਦੱਸ ਰਹੇ ਸੀ, ਜਿਹੜਾ ITBP ਵਾਲੇ ਜਿਨ੍ਹਾਂ ਨੇ ਫਸਟ ਰੈਸਕਿਊ ਕੀਤਾ, ਤੇ ਇਹ ਜਿਹੜੇ ਲੋਕ ਨੇ, ਸਾਨੂੰ, ਅਸੀਂ ਤਾਂ ਜ਼ਿੰਮੇਦਾਰ ਹੈਗੇ ਆ, ਪਰ ਇਹ ਆਫੀਸਰਸ ਨੂੰ ਆ ਜਿਹੜਾ, ਜੇ ਇਹਨਾਂ ਨੂੰ ਜਵਾਬ ਦੇ ਲੋਕ ਬਣਾ ਲੈਣ ਨਾ, ਇਹਨਾਂ ਨੂੰ ਪੁੱਛਣ ਵੀ ਤੁਸੀਂ ਕੀ ਕਰਦੇ ਹੋ, ਕੀ ਨਹੀਂ ਕਰਦੇ। SDM ਮਾਲਕ ਹੁੰਦਾ ਹੈ, SDM ਹਰ ਚੀਜ਼ ਦਾ ਮਾਲਕ ਹੁੰਦਾ ਹੈ, ਸਬ ਡਿਵੀਜ਼ਨ ਦਾ। ਤੇ ਇਸ ਕਰਕੇ ਬਹੁਤ ਗੱਲਾਂ ਨੇ, ਅਵੇਅਰ ਹੋ ਰਹੇ ਆ ਲੋਕ, ਪਰ ਜਿਹੜੀਆਂ ਗੱਲਾਂ ਨੇ ਉਹ ਹਜੇ ਵੀ ਜਿਹੜੀਆਂ ਉਹ ਬਹੁਤ ਜ਼ਿਆਦਾ ਕਰਨ ਦੀ ਜ਼ਿੰਮੇਵਾਰੀ ਆ। ਇਹ ਚੇਂਜ ਹੌਲੀ ਹੌਲੀ ਆਊਗੀ। ਸਕੂਲ ਆਫ ਐਮੀਨੈਂਸ ਡਿਕਲੇਅਰ ਹੋਇਆ ਸੀ ਜੀ, ਕਿਉਂਕਿ ਜੇ ਤਾਂ ਆਮ ਆਦਮੀ ਵੀ ਕੀ ਕਰੇ, ਜੇ ਤਾਂ ਆਮ ਆਦਮੀ ਕਿਸੇ ਅਫਸਰ ਨੂੰ ਕਹਿ ਦੇਣਗੇ, ਜੇ ਅਫਸਰ ਨੂੰ ਘੇਰਨਗੇ, ਇਹਨਾਂ ਤੇ ਵਿਘਨ ਵੀ ਸਰਕਾਰੀ ਕੰਮ 'ਚ ਵਿਘਨ ਪਾਉਣ ਦਾ ਇਹਨਾਂ ਤੇ ਹੀ ਪਰਚਾ ਦੇ ਦੇਣਗੇ। ਇਹਨਾਂ ਦਾ ਵੀ ਵਿਚਾਰਿਆਂ ਦਾ ਜ਼ੋਰ ਪੋਲੀਟੀਕਲ ਬੰਦੇ ਤੇ ਹੀ ਆ। ਉਹਨੂੰ ਕਹਿ ਲੈਂਦੇ, ਉਹ ਸੁਣ ਲੈਂਦਾ ਹੈ। ਪਰ ਇਹਨਾਂ ਨੂੰ ਜੇ ਸੁਣਾਓਗੇ ਤੇ ਇਹ ਤੁਹਾਡੇ ਕੋਲ ਪਰਚਾ ਦਰਜ ਕਰਵਾ ਦੇਣਗੇ ਵੀ ਸਾਨੂੰ ਜੀ ਤੁਸੀਂ ਸਰਕਾਰੀ ਕੰਮ 'ਚ ਵਿਘਨ ਪਾਇਆ ਹੈ। ਮਤਲਬ ਜੇ ਇਦਾਂ ਦੇ ਸਕੂਲ ਆਫ ਐਮੀਨੈਂਸ ਡਿਕਲੇਅਰ ਹੋਣ ਲੱਗੇ ਤਾਂ ਸੇਫ ਸਕੂਲਸ ਕਿਹੜੇ ਨੇ? ਜਿਹੜੇ ਇਹਨਾਂ ਦੇ ਹੋਣਗੇ, ਜਿੱਥੇ ਇਹਨਾਂ ਦੇ ਬੱਚੇ ਪੜ੍ਹਦੇ ਹੋਣਗੇ।